पूजो राम एक ही देवा, साचा नावण गुर की सेवा। ਇਹ ਵਿਚਾਰ ਅਧੀਨ ਸ਼ਬਦ ਦੀਆਂ ਜੋ ਰਹਾਉ ਵਾਲੀਆਂ ਪੰਕਤੀਆਂ ਹਨ, ਇਹਨਾਂ ਨੂੰ ਖਿਆਲ ਵਿੱਚ ਰੱਖ ਕੇ ਪਹਿਲਾਂ ਅਖੀਰਲੀਆਂ ਪੰਕਤੀਆਂ ਦੇ ਭਾਵ ਨੂੰ ਸਮਝਣਾ ਕਰੋ। ਦਿਨਸ ਨਾਰਾਇਣ ਵੇਦ ਨਹੀਂ ਸ਼ਾਸਤਰ, ਤਹਾਂ ਬਸੈ ਨਿਰੰਕਾਰਾ। ਕਹੈ ਕਬੀਰ ਨਰ ਤਿਸਹਿ ਧਿਆਵਹੁ, ਬਾਵਰਿਆ ਸੰਸਾਰਾ। ਦਿਨਸ ਨਾਰਾਇਣ ਵੇਦ ਨਹੀਂ ਸ਼ਾਸਤਰ, ਤਹਾਂ ਵਸੈ ਨਿਰੰਕਾਰ। ਇਹਨਾਂ ਪੰਕਤੀਆਂ ਦੇ ਅਰਥ ਸਿੱਖ ਪ੍ਰਚਾਰਕ ਜਦੋਂ ਕਰਦੇ ਹਨ ਉਦੋਂ ਵਾਸਤਵਿਕ ਜਿਹੜਾ ਕਬੀਰ ਜੀ ਦਾ ਭਾਵ ਹੈ, ਜੋ ਕਬੀਰ ਜੀ ਕਹਿ ਰਹੇ ਹਨ, ਉਹ ਸਮਝ ਵਿੱਚ ਨਹੀਂ ਆਉਂਦਾ ਹੈ। ਕਿਉਂਕਿ ਸਮਝਾਉਣ ਵਾਲਾ ਪਹਿਲਾਂ ਆਪਣੇ ਪੱਖ ਦਾ ਖਿਆਲ ਵਿੱਚ ਰੱਖਦਾ ਹੈ। ਇੱਥੇ ਹੀ ਫਰਕ ਹੋ ਜਾਂਦਾ ਹੈ। ਸਭ ਤੋਂ ਵੱਡਾ ਫਰਕ ਇਹੋ ਹੀ ਹੈ, ਉਪਦੇਸ਼ ਉਹੋ ਹੀ ਹੁੰਦਾ ਹੈ, ਪਰ ਜਿਹੜਾ ਸਮਝਾਉਣ ਵਾਲਾ ਹੈ ਨਾ, ਅਗਰ ਉਹ ਕਿਸੇ ਪੱਖ ਦੇ ਨਾਲ ਜੁੜਿਆ ਹੋਇਆ, ਕਿਸੇ ਮਰਿਆਦਾ ਦੇ ਨਾਲ, ਕਿਸੇ ਧਰਮ ਦੇ ਨਾਲ, ਤੇ ਉਹ ਉਸ ਉਪਦੇਸ਼ ਨੂੰ ਨਹੀਂ ਸਮਝਾ ਸਕਦਾ ਜਾਂ ਸਮਝ ਸਕਦਾ, ਕਿਉਂਕਿ ਉਹਨੇ ਪਹਿਲਾਂ ਹੀ ਆਪਣਾ ਪੱਖ ਨਿਰਧਾਰਿਤ ਕੀਤਾ ਹੋਇਆ। ਜਿਨ੍ਹਾਂ ਨੇ ਇਹ ਕਿਹਾ ਹੈ, ਉਪਦੇਸ਼ ਦਿੱਤਾ ਹੈ, ਉਹਨਾਂ ਦਾ ਕੋਈ ਪੱਖ ਨਹੀਂ ਸੀ। ਉਹ ਪੱਖ ਪੂਰ ਥੋੜ੍ਹੀ ਰਹੇ ਸਨ। ਨਾ ਕੋਈ ਬਾਬੇ ਨਾਨਕ ਦਾ ਪੱਖ ਸੀ। ਉਹ ਕਿਹੜੇ ਪੱਖ ਨੂੰ ਪੂਰ ਰਹੇ ਸਨ? ਨਾ ਉਹ ਹਿੰਦੂਆਂ ਦੀ ਮਰਿਆਦਾ ਨੂੰ ਮੰਨਦੇ ਸਨ, ਨਾ ਮੁਸਲਮਾਨਾਂ ਦੀ। ਇਵੇਂ ਹੀ ਕਬੀਰ ਜੀ ਸਨ। ਤਕਰੀਬਨ ਜਾਗਰ ਪੁਰਸ਼ ਸਾਰੇ ਹੀ ਇੱਦਾਂ ਹੁੰਦੇ ਹਨ। ਉਹ ਸਾਰੇ ਪੱਖਾਂ ਤੋਂ ਮੁਕਤ ਹੁੰਦੇ ਹਨ, ਸਾਰੇ ਧਰਮਾਂ ਤੋਂ, ਮਰਿਆਦਾਵਾਂ ਤੋਂ, ਨਿਯਮਾਂ ਤੋਂ ਮੁਕਤ ਹੁੰਦੇ ਹਨ। ਤਾਂ ਉਹਨਾਂ ਦਾ ਸੰਦੇਸ਼ ਬੜਾ ਸਾਫ਼ ਅਤੇ ਸ਼ੁੱਧ ਹੁੰਦਾ ਹੈ, ਹਰ ਮਨੁੱਖ ਵਾਸਤੇ ਹੁੰਦਾ ਹੈ। ਪਰ ਅੱਗੇ ਜਦੋਂ ਕੋਈ ਧਾਰਮਿਕ ਵਿਅਕਤੀ ਉਹਨਾਂ ਦੇ ਉਪਦੇਸ਼ ਨੂੰ ਪੜ੍ਹਦਾ ਹੈ, ਸਮਝਦਾ, ਸਮਝਾਉਂਦਾ ਹੈ, ਤਾਂ ਉਹ ਆਪਣੇ ਤਲ 'ਤੇ ਲੈ ਕੇ ਆ ਜਾਂਦਾ ਹੈ ਉਸੇ ਉਪਦੇਸ਼ ਨੂੰ, ਕਿਉਂਕਿ ਆਪਣੇ ਦੁਆਰਾ ਸਮਝਾ ਰਿਹਾ। ਜਿਵੇਂ ਇਵੇਂ ਸਮਝ ਲਵੋ, ਈਸਾਈਆਂ ਦੇ ਵਿੱਚ 13 ਦਾ ਜਿਹੜਾ ਆਂਕੜਾ ਹੈ ਨਾ, ਬੜਾ ਅਸ਼ੁਭ ਮੰਨਿਆ ਜਾਂਦਾ ਹੈ। ਕਿਉਂਕਿ ਜਿਹੜਾ 13ਵਾਂ ਸ਼ਿਸ਼ ਸੀ ਨਾ ਹਜ਼ਰਤ ਈਸਾ ਦਾ, ਉਹਨੇ ਹੀ ਈਸਾ ਨੂੰ ਫੜਵਾਇਆ ਸੀ। ਇਸ ਕਰਕੇ 13ਵੇਂ ਅੰਗ ਨੂੰ ਬਹੁਤ ਬੁਰਾ ਮੰਨਿਆ ਜਾਂਦਾ ਹੈ। ਅਤੇ ਕਿਸੇ ਨੇ ਇੱਕ ਕਿਤਾਬ ਲਿਖੀ ਈਸਾਈ ਨੇ, ਉਹਦੇ ਵਿੱਚ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਵੀ 13 ਦਾ ਆਂਕੜਾ ਕਿਉਂ ਮਾੜਾ ਹੈ। ਅਤੇ ਉਹਨੇ 13 ਦੇ ਆਂਕੜੇ ਨੂੰ ਖਿਆਲ ਵਿੱਚ ਰੱਖ ਕੇ
ਸਾਰੀਆਂ ਘਟਨਾਵਾਂ ਨੂੰ ਇਕੱਠਾ ਕੀਤਾ ਵੀ 13 ਤਰੀਕ ਨੂੰ ਕਿੰਨੇ ਲੋਕ ਮਰਦੇ ਹਨ, 13ਵੀਂ ਮੰਜ਼ਿਲ ਤੋਂ ਕਿੰਨੇ ਮਰਦੇ ਹਨ, ਜੋ ਜੋ ਵੀ 13 ਦਾ ਆંકੜਾ ਸੀ। ਹੁਣ ਤੁਸੀਂ ਕੋਈ ਵੀ ਖਿਆਲ ਰੱਖ ਕੇ ਕਿਸੇ ਚੀਜ਼ ਨੂੰ ਸਿੱਧ ਕਰੋ ਤਾਂ ਸਿੱਧ ਹੋ ਹੀ ਜਾਂਦੀ ਹੈ, ਕਿਉਂਕਿ 13 ਤਰੀਕ ਨੂੰ ਹਜ਼ਾਰਾਂ ਲੋਕ ਮਰਦੇ ਵੀ ਹਨ, 13 ਮੰਜ਼ਿਲਾਂ ਤੋਂ ਵੀ ਮਰਦੇ ਹਨ, 13 ਤਰੀਕ ਨੂੰ ਵੀ ਮਰਦੇ ਹਨ। ਤੋ ਸਿੱਧ ਕਰ ਦਿੱਤਾ ਉਹਨੇ, ਦੇਖੋ 13 ਦਾ ਆંકੜਾ ਕਿੰਨਾ ਮਾੜਾ। ਇੱਦਾਂ ਹੀ ਜਿਹੜੇ ਧਾਰਮਿਕ ਲੋਕ ਹਨ, ਮਜ਼੍ਹਬੀ, ਜਿਹਦਾ ਕੋਈ ਵੀ ਮਜ਼ਹਬ ਹੈ, ਧਰਮ ਹੈ, ਉਹਨੂੰ ਖਿਆਲ ਵਿੱਚ ਰੱਖ ਕੇ ਨਾ ਉਹ ਫਿਰ ਕੋਈ ਗੱਲ ਕਰਦਾ ਹੈ। ਇਵੇਂ ਹੀ ਸਿੱਖ ਪ੍ਰਚਾਰਕ ਜਿਹੜੇ ਹਨ ਨਾ, ਉਹ ਜਦੋਂ ਇਸ ਪੰਕਤੀ ਦਾ ਅਰਥ ਕਰਦੇ ਹਨ, ਦਿਨਸ ਨਾਰਾਇਣ ਵੇਦ ਨਹੀਂ ਸ਼ਾਸਤਰ, ਤਾਹਾਂ ਬਸੈ ਨਿਰੰਕਾਰਾ, ਅਤੇ ਉਹ ਕਹਿੰਦੇ ਹਨ ਤੇ ਨਾ ਉੱਥੇ ਵੇਦ ਹਨ, ਨਾ ਸ਼ਾਸਤਰ ਹਨ। ਨਾ ਸ਼ਾਸਤਰਾਂ ਦੇ ਵਿੱਚ ਹੈ ਪਰਮਾਤਮਾ, ਨਾ ਵੇਦਾਂ ਦੇ ਵਿੱਚ ਹੈ, ਨਾ ਕੁਰਾਨ ਦੇ ਵਿੱਚ ਹੈ, ਨਾ ਬਾਈਬਲ 'ਚ। ਪਰ ਉਹ ਕਦੇ ਨਹੀਂ ਕਹਿੰਦੇ ਹਨ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਨਹੀਂ। ਖਿਆਲ ਰੱਖਿਓ, ਬਹੁਤਿਆਂ ਨੂੰ ਬੜੀ ਕੜਵੀ ਲੱਗੂਗੀ ਗੱਲ, ਜਿਹੜੇ ਜ਼ਿਆਦਾ ਜੁੜੇ ਹੋਏ ਹਨ ਧਰਮ ਦੇ ਨਾਲ। ਕਦੇ ਨਹੀਂ ਕਹਿੰਦੇ ਹਨ ਸਿੱਖ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਪਰਮਾਤਮਾ ਨਹੀਂ। ਉਹਦੇ ਵਿੱਚ ਤੇ ਪ੍ਰਮਾਣ ਦੇ ਕੇ ਸਮਝਾਉਂਦੇ ਹਨ, ਵਾਹੋ ਵਾਹੋ ਬਾਣੀ ਨਿਰੰਕਾਰ। ਅਤੇ ਬਾਣੀ ਨਿਰੰਕਾਰ ਕਿਹਾ ਹੈ, ਉਹਦਾ ਵੀ ਅਰਥ ਆਪ ਹੀ ਕਰਦੇ ਹਨ। ਬਾਣੀ ਤਾਂ ਨਿਰੰਕਾਰ ਹੈ ਹੀ, ਬਾਣੀ ਦਾ ਕੋਈ ਆਕਾਰ ਥੋੜ੍ਹੀ ਹੈ। ਆ ਮੈਂ ਬੋਲ ਰਿਹਾ ਹੈ ਤਾਂ ਕੋਈ ਆਕਾਰ ਹੈ। ਤੋ ਪ੍ਰਮਾਣ ਵੀ ਆਪਣੇ ਢੰਗ ਦੇ ਨਾਲ ਵਿੱਚੋਂ ਲੱਭ ਲੈਂਦੇ ਹਨ, ਆਪਣੀ ਸੋਚ ਦੇ ਮੁਤਾਬਕ ਲੱਭੇ ਜਾਂਦੇ ਹਨ, ਕਿਉਂਕਿ ਉੱਥੇ ਹਰ ਪੱਖ 'ਤੇ ਇਹ ਗੱਲ ਕੀਤੀ ਗਈ ਹੈ, ਹਰ ਇੱਕ ਨੂੰ ਹੀ ਸਮਝਾਇਆ ਗਿਆ ਹੈ। ਅਤੇ ਉੱਥੇ ਪੜ੍ਹਨ ਦੀ ਵੀ ਗੱਲ ਕੀਤੀ ਗਈ ਹੈ, ਗਾਵੋ ਸੁਣੋ ਪੜ੍ਹੋ ਨਿਤ ਪਾਈ, ਗੁਰਪੂਰੇ ਤੋਂ ਰਾਖੀ। ਅਤੇ ਜਿਨ੍ਹਾਂ ਨੇ ਪੜ੍ਹਨੀ ਹੈ ਉਹ ਇਹ ਸ਼ਬਦ ਪੜ੍ਹ ਲੈਂਦੇ ਹਨ। ਪਰ ਉੱਥੇ ਦੂਸਰੀ ਗੱਲ ਵੀ ਲਿਖੀ ਹੈ, ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਸ। ਇਹ ਵੀ ਲਿਖਿਆ ਹੈ ਵੀ ਪੜ੍ਹ ਸੁਣ ਕਰਕੇ ਥੋੜ੍ਹੀ। ਉਹਦੇ ਵਿੱਚ ਪਰਮਾਤਮਾ ਨਹੀਂ ਹੈ, ਅੱਖਰਾਂ ਦੇ ਵਿੱਚ ਪਰਮਾਤਮਾ ਨਹੀਂ ਹੈ। ਕਬੀਰ ਜੀ ਇਹ ਕਹਿ ਰਹੇ ਹਨ ਵੀ ਪਰਮਾਤਮਾ ਜਿੱਥੇ ਹੈ ਨਾ, ਉੱਥੇ ਦਿਨ ਰਾਤ ਤਾਂ ਹੈ ਹੀ ਨਹੀਂ, ਉੱਥੇ ਵੇਦ ਸ਼ਾਸਤਰ ਵੀ ਨਹੀਂ ਹਨ। ਵੇਦ ਦਾ ਅਰਥ ਹੁੰਦਾ ਗਿਆਨ, ਜਿਵੇਂ ਆਪਾਂ ਕਹਿ ਦਿੰਦੇ ਵਿਦਵਾਨ, ਗਿਆਨਵਾਨ। ਉੱਥੇ ਗਿਆਨ ਵੀ ਨਹੀਂ ਹੈ, ਗਿਆਨ ਦੇ ਸ਼ਾਸਤਰ ਵੀ ਨਹੀਂ ਹੈ। ਦਰਅਸਲ ਜਿਹੜੇ ਸ਼ਾਸਤਰ ਹਨ ਨਾ, ਉਪਦੇਸ਼ ਹਨ, ਉਹਨਾਂ ਦੁਆਰਾ ਪਰਮਾਤਮਾ ਵੱਲ ਜਾਇਆ ਜਾ ਸਕਦਾ ਹੈ। ਉਹਨਾਂ ਨੂੰ ਪੜ੍ਹ ਕੇ, ਉਹਨਾਂ ਨੂੰ ਸਮਝ ਕੇ, ਉਹਨਾਂ ਨੂੰ ਵਿਚਾਰ ਕੇ ਵੈਰਾਗ ਪੈਦਾ ਵੀ ਹੁੰਦਾ ਹੈ, ਚੱਲਣ ਦਾ ਉਤਸ਼ਾਹ ਵੀ ਮਿਲਦਾ ਹੈ। ਅਤੇ ਮਾਰਗ 'ਤੇ ਚੱਲਣ ਵਾਸਤੇ ਸ਼ਾਸਤਰ, ਵੇਦ ਜਾਂ ਧਾਰਮਿਕ ਗ੍ਰੰਥ ਕਹਿ ਲਈਏ, ਸਹਾਇਕ ਹਨ। ਉਹ ਇਸ਼ਾਰਾ ਕਰਦੇ ਹਨ ਪਰਮਾਤਮਾ ਵੱਲ। ਉਹ ਕਹਿੰਦੇ ਹਨ ਵੀ ਜਿੱਥੇ ਤੁਸੀਂ ਰਹਿ ਰਹੇ ਹੋ, ਇਸ ਦੀ ਵੀ ਰਹਿਣ ਵਾਲੀ ਜਗ੍ਹਾ ਨਹੀਂ, ਇਹ ਝੂਠ ਹੈ, ਅਸੱਤ ਹੈ। ਅਤੇ ਸੱਤ ਵੱਲ ਨੂੰ ਜਾਣ ਵਾਸਤੇ ਉਹ ਇਸ਼ਾਰਾ ਕਰਦੇ ਹਨ। ਪਰ ਲੋਕ ਕੀ ਕਰਦੇ ਹਨ, ਉਹਨਾਂ ਸ਼ਾਸਤਰਾਂ ਨੂੰ ਪਕੜ ਕੇ ਬੈਠ ਜਾਂਦੇ। ਇਸੇ ਕਰਕੇ ਕਬੀਰ ਕਹਿ ਰਹੇ ਹਨ ਨਾ, ਬਾਵਰਿਆ ਸੰਸਾਰ ਬੇਸਮਝ। ਅਤੇ ਬੇਸਮਝ ਸਦਾ ਤੋਂ ਹੀ ਮੌਜੂਦ ਹਨ।
ਉਹ ਆਪਣੀ ਪਰੰਪਰਾ ਨੂੰ, ਆਪਣੇ ਧਾਰਮਿਕ ਗ੍ਰੰਥ ਨੂੰ ਪਕੜ ਕੇ ਬੈਠ ਜਾਂਦੇ ਹਨ, ਅਤੇ ਸਾਰੇ ਹੀ ਬੈਠੇ ਹੋਏ ਹਨ। ਹਿੰਦੂ ਵੀ ਆਪਣੇ ਸ਼ਾਸਤਰਾਂ ਨੂੰ ਫੜ ਕੇ ਬਹਿ ਜਾਂਦੇ ਹਨ, ਬੈਠੇ ਹੋਏ ਹਨ। ਕੋਈ ਕਹਿੰਦਾ ਹੈ ਗੀਤਾ, ਇਹੋ ਹੀ ਹੈ ਪਰਮਾਤਮਾ ਦਾ ਉਪਦੇਸ਼। ਕੋਈ ਮੂਰਤੀਆਂ ਨੂੰ ਪਕੜ ਕੇ ਬੈਠਾ ਹੋਇਆ ਹੈ। ਬੋਧੀ ਧੰਮ ਪਦ ਨੂੰ ਬੈਠੇ ਹੋਏ ਹਨ ਲੈ ਕੇ। ਅਤੇ ਜਿਹੜੇ ਧਾਰਮਿਕ ਵਿਅਕਤੀ ਦਾ ਜਿਹੜਾ ਵੀ ਸ਼ਾਸਤਰ ਹੈ, ਜਿਹਦੇ ਨਾਲ ਜੁੜਿਆ ਹੋਇਆ, ਜਿਹਦੇ ਨਾਲ ਮੋਹ ਹੈ, ਉਹ ਉਹਦੇ ਵਿੱਚੋਂ ਹੀ ਲੱਭਦਾ ਹੈ ਪਰਮਾਤਮਾ ਨੂੰ। ਪਰਮਾਤਮਾ ਸ਼ਾਸਤਰਾਂ ਦੇ ਵਿੱਚ ਨਹੀਂ ਹੈ। ਸ਼ਾਸਤਰਾਂ ਦੁਆਰਾ ਪਰਮਾਤਮਾ ਵੱਲ ਨੂੰ ਜਾਇਆ ਜਾਂਦਾ ਹੈ, ਅਤੇ ਪਹਿਲ ਸ਼ਾਸਤਰ ਸਹਾਇਕ ਹੁੰਦੇ ਹਨ। ਆਪਾਂ ਪਿੱਛੇ ਵੀ ਗੱਲ ਕੀਤੀ ਸੀ। ਜਦੋਂ ਕੋਈ ਧਾਰਮਿਕ ਵਿਅਕਤੀ ਧਰਮ ਵੱਲ ਨੂੰ ਚੱਲਦਾ ਹੈ ਨਾ, ਤਾਂ ਉਦੋਂ ਸ਼ਾਸਤਰ ਸਹਾਇਕ ਹੁੰਦੇ ਹਨ। ਬਾਣੀ ਸਹਾਇਕ ਹੁੰਦੀ ਹੈ, ਉਪਦੇਸ਼ ਸਹਾਇਕ ਹੁੰਦੇ, ਕਿਉਂਕਿ ਉਹਨਾਂ ਨੂੰ ਤੁਸੀਂ ਪੜ੍ਹੋਗੇ ਤਾਂ ਸੰਸਾਰ ਵੱਲੋਂ ਚਿੱਤ ਹਟੇਗਾ। ਚਿੱਤ ਨੂੰ ਹਟਾਉਣ ਵਾਸਤੇ ਸੰਸਾਰ ਵੱਲੋਂ ਅਗਰ ਧਿਆਨਪੂਰਵਕ ਪੜ੍ਹੋਗੇ, ਵੈਰਾਗ ਪੈਦਾ ਹੋਊਗਾ। ਅਕਸਰ ਮੈਂ ਕਹਿੰਦਾ ਹੁੰਦਾ ਨਾ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹੋਗੇ ਤਾਂ ਵੈਰਾਗ ਪੈਦਾ ਹੋਊਗਾ, ਕਿਉਂਕਿ ਇਹਨਾਂ ਨੇ ਵਾਰ-ਵਾਰ ਕਿਹਾ ਹੈ, ਜਗ ਤੂੰ ਏਕਾ ਪਹਾੜ ਤੈ ਸਾਚਾ ਜਾਣੇ। ਜਦੋਂ ਵਾਰ-ਵਾਰ ਪੜ੍ਹੋਗੇ ਤੇ ਖਿਆਲ ਵਿੱਚ ਆਊਗਾ ਵੀ ਮੈਂ ਇਹਨੂੰ ਸੱਚ ਜਾਣ ਰਿਹਾ ਹਾਂ, ਇਹ ਤਾਂ ਝੂਠ ਹੈ, ਅਤੇ ਝੂਠ ਬਾਰੇ ਸੋਚੀ ਜਾਂਦਾ। ਜਗ ਰਚਨਾ ਸਭ ਝੂਠ ਹੈ, ਜਾਣ ਲੈ ਹੋ ਰੇ ਮੀਤ। ਦੇਖੋ, ਮੀਤ ਕਿਹਾ ਹੈ, ਜਾਣੋ, ਸਮਝੋ। ਅਤੇ ਜਿਹੜਾ ਵਾਰ-ਵਾਰ ਪੜ੍ਹੇਗਾ ਉਹਨੂੰ ਵੈਰਾਗ ਪੈਦਾ ਹੋਵੇਗਾ। ਸੰਸਾਰ ਵੱਲੋਂ ਵੈਰਾਗ ਪੈਦਾ ਕਰਨ ਵਾਸਤੇ ਸ਼ਾਸਤਰ ਉਪਯੋਗੀ ਹਨ। ਧਾਰਮਿਕ ਉਪਦੇਸ਼ ਉਪਯੋਗੀ ਹਨ। ਧਾਰਮਿਕ ਉਪਦੇਸ਼ ਜਿਹੜਾ ਹੈ ਨਾ, ਉਹ ਪਰਮਾਤਮਾ ਵੱਲ ਇਸ਼ਾਰਾ ਹੈ। ਜਿਵੇਂ ਕੋਈ ਇਸ਼ਾਰਾ ਕਰਦਾ ਹੈ ਨਾ, ਉਹ ਸਾਹਮਣੇ ਚੰਦ ਪੂਰਨਮਾਸੀ ਦਾ ਉਂਗਲ ਕਰਕੇ, ਉੱਧਰ ਦੇਖੋ ਕਿੱਡਾ ਸੁੰਦਰ ਹੈ, ਅਤੇ ਉਂਗਲੀ ਕਰਕੇ ਉੱਧਰ ਇਸ਼ਾਰਾ ਕਰ ਰਿਹਾ ਹੈ, ਦੇਖਣ ਵਾਸਤੇ ਉੱਧਰ ਕਹਿ ਰਿਹਾ ਹੈ। ਇਵੇਂ ਹੀ ਇਹ ਜੋ ਉਪਦੇਸ਼ ਹਨ ਗੁਰੂਆਂ ਦੇ, ਜਾਂ ਗੁਰੂ ਵੀ ਹਨ, ਉਹ ਇਸ਼ਾਰਾ ਕਰਦੇ ਆ। ਇਸ਼ਾਰਾ ਜਿੱਧਰ ਕਰਦੇ ਹਨ ਉੱਧਰ ਚੱਲਣਾ ਹੈ। ਫਿਰ ਦੂਸਰੀ ਗੱਲ ਹੈ ਵੀ ਧਾਰਮਿਕ ਗ੍ਰੰਥਾਂ ਦੇ ਵਿੱਚ ਤੇ ਪਰਮਾਤਮਾ ਨਹੀਂ ਹੈ। ਇਹਦੇ ਨਾਲ ਕਬੀਰ ਜੀ ਨੇ ਇਹ ਵੀ ਜੋੜ ਦਿੱਤਾ ਹੈ, ਦਿਨਸ ਨਾਰਾਇਣ। ਇਹ ਸ਼ਾਸਤਰ ਜਿਹੜੇ ਹਨ ਨਾ, ਇਹ ਸੰਸਾਰ ਦੇ ਵਿੱਚ ਹੀ ਪੈਦਾ ਹੋਏ ਹਨ। ਇਹ ਸੰਸਾਰ ਦਾ ਹੀ ਹਿੱਸਾ ਹਨ, ਸੰਸਾਰ ਦੀ ਹੀ ਭਾਸ਼ਾ ਵਰਤੀ ਗਈ ਹੈ। ਭਾਸ਼ਾ ਕਿੱਥੋਂ ਬਣੀ ਹੈ? ਮਨੁੱਖ ਨੇ ਬਣਾਈ ਅਤੇ ਮਨੁੱਖ ਨੇ ਹੀ ਵਰਤੀ। ਇਹਨਾਂ ਦੁਆਰਾ ਇਹਨਾਂ ਨੂੰ ਸਮਝ ਕੇ ਤੁਸੀਂ ਉਹਦੇ ਵੱਲ ਨੂੰ ਜਾ ਸਕਦੇ ਹੋ, ਪਰ ਇਹ ਸ਼ਾਸਤਰਾਂ ਦੇ ਵਿੱਚ ਪਰਮਾਤਮਾ ਨਹੀਂ। ਅਤੇ ਇਹ ਗੱਲ ਬਹੁਤ ਕਠਿਨ ਹੈ, ਬਲਕਿ ਅਜੋਕੇ ਸਮੇਂ 'ਚ ਸਿੱਖਾਂ ਨੂੰ ਸਮਝਾਉਣੀ ਤਾਂ ਜ਼ਿਆਦਾ ਕਠਿਨ ਹੈ, ਕਿਉਂਕਿ ਸਿੱਖ ਜ਼ਿਆਦਾ ਜੁੜ ਗਏ ਹਨ। ਉਹ ਅੱਖਰਾਂ ਦੇ ਵਿੱਚੋਂ ਹੀ ਲੱਭਦੇ ਹਨ। ਕਿਹਾ ਵੀ ਜਾਂਦਾ ਹੈ, ਲਿਖਿਆ ਵੀ ਹੋਇਆ ਹੈ ਵੀ ਇਹਨਾਂ ਅੱਖਰਾਂ ਦੇ ਵਿੱਚ ਨਹੀਂ ਹੈ, ਅੱਖਰਾਂ ਦੁਆਰਾ ਸਮਝਣਾ ਹੈ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਸਮਝਣਾ ਹੈ, ਨਾਮ ਤੋਂ ਬਿਨਾ ਸਭ ਵਿਅਰਥ ਹੈ। ਨਾਮ ਵਾਸਤਵਿਕ 'ਚ ਪਰਮਾਤਮਾ ਦਾ ਚਿੰਤਨ, ਅਤੇ ਪੜ੍ਹਨਾ ਹੈ, ਸਮਝਣਾ ਹੈ। ਅਤੇ ਪੜ੍ਹ ਸਮਝ ਕੇ ਜਿਹਨੂੰ ਸਮਝ ਵਿੱਚ ਆਇਆ ਹੈ ਨਾ ਵੀ ਪਰਮਾਤਮਾ ਦਾ ਚਿੰਤਨ ਹੀ ਵਾਸਤਵਿਕ ਹੈ,
ਪਰਮਾਤਮਾ ਦੀ ਯਾਦ, ਪਰਮਾਤਮਾ ਦਾ ਸਿਮਰਨ ਹੀ ਵਾਸਤਵਿਕ ਹੈ। ਉਹ ਫਿਰ ਇਹਨਾਂ ਗ੍ਰੰਥਾਂ ਨੂੰ ਛੱਡ ਕੇ ਤੇ ਚਿੰਤਨ ਕਰਦਾ ਹੈ, ਸਿਮਰਨ ਕਰਦਾ ਹੈ। ਉਹ ਫਿਰ ਉੱਧਰ ਨੂੰ ਜਾਂਦਾ ਹੈ। ਅਤੇ ਪਹਿਲੇ ਕਦਮ ਵਾਸਤੇ ਪੜ੍ਹਨਾ, ਸੁਣਨਾ, ਸਮਝਣਾ, ਵਿਚਾਰਨਾ ਲਾਜ਼ਮੀ ਹੈ। ਉਹਨਾਂ ਚਿਰ ਵਿਚਾਰਨਾ ਹੈ, ਉਹਨਾਂ ਚਿਰ ਸਮਝਣਾ ਹੈ, ਜਿੰਨਾ ਚਿਰ ਇਹ ਗੱਲ ਸਮਝ ਵਿੱਚ ਨਹੀਂ ਆਈ ਹੈ ਵੀ ਪਰਮਾਤਮਾ ਦਾ ਚਿੰਤਨ ਕਰਨਾ, ਪਰਮਾਤਮਾ ਦਾ ਸਿਮਰਨ ਕਰਨਾ, ਪਰਮਾਤਮਾ ਨੂੰ ਯਾਦ ਕਰਨਾ। ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਾਹੀ ਛੁਟਕਾਰਾ। ਜਿੰਨਾ ਚਿਰ ਇਹ ਗੱਲ ਸਮਝ ਵਿੱਚ ਨਹੀਂ ਆਈ ਹੈ ਵੀ ਬਿਨਾਂ ਪਰਮਾਤਮਾ ਦੇ ਚਿੰਤਨ ਤੋਂ ਛੁਟਕਾਰਾ ਨਹੀਂ ਹੋਣਾ ਹੈ। ਅਤੇ ਕਈ ਕਹਿ ਦਿੰਦੇ ਹਨ ਵੀ ਇਹ ਬਾਣੀ ਵੀ ਤਾਂ ਸਿਮਰਨ ਹੈ। ਸਿੱਖ ਇੱਦਾਂ ਹੀ ਕਹਿੰਦੇ ਹਨ, ਅਤੇ ਇਹਦੇ ਪਾਠ ਵੀ ਕਰਦੇ ਹਨ। ਨਹੀਂ, ਇਹ ਸਿਮਰਨ ਦਾ ਹਿੱਸਾ ਹੈ। ਅਗਰ ਤੁਸੀਂ ਬਾਣੀ ਪੜ੍ਹੋਗੇ ਅਤੇ ਜ਼ਿਆਦਾ ਮਨ ਸੰਸਾਰ ਵਿੱਚ ਭੱਜ ਰਿਹਾ ਹੈ ਤਾਂ ਉਹਨੂੰ ਸਮਝ ਸਮਝ ਕੇ ਪੜ੍ਹੋਗੇ, ਵਿਚਾਰ ਵਿਚਾਰ ਕੇ ਪੜ੍ਹੋਗੇ ਤਾਂ ਥੋੜ੍ਹਾ ਜਿਹਾ ਕੰਟਰੋਲ ਵਿੱਚ ਆਵੇਗਾ, ਕਮ ਸੇ ਕਮ ਉੱਥੇ ਟਿਕ ਜਾਵੇਗਾ, ਪਰ ਮਨ ਤਾਂ ਮੌਜੂਦ ਰਹੇਗਾ ਨਾ। ਅਤੇ ਬਹੁਤੇ ਸਮਝਦਾਰ ਜਿਹੜੇ ਹਨ ਉਹ ਵਿਚਾਰਾਂ ਦੇ ਵਿੱਚ ਹੀ ਫਸੇ ਰਹਿੰਦੇ ਹਨ, ਤੋਂ ਉਪਦੇਸ਼ਾਂ ਨੂੰ ਵਿਚਾਰਦੇ ਰਹਿੰਦੇ ਹਨ, ਸਮਝਦੇ ਰਹਿੰਦੇ ਹਨ, ਅੱਗੇ ਸਮਝਾਉਂਦੇ ਰਹਿੰਦੇ ਹਨ, ਅਤੇ ਬੁੱਧੀ ਨਾਲ ਜੁੜ ਜਾਂਦੇ ਹਨ, ਗਿਆਨ ਨਾਲ ਜੁੜ ਜਾਂਦੇ ਹਨ। ਅਤੇ ਕਬੀਰ ਜੀ ਕਹਿੰਦੇ ਹਨ, ਗਿਆਨ ਦੇ ਵਿੱਚ ਪਰਮਾਤਮਾ ਥੋੜ੍ਹੀ, ਸਮਝ ਵਿੱਚ ਥੋੜ੍ਹੀ, ਸਮਝ ਤੋਂ ਪਾਰ ਹੈ। ਅਤੇ ਸਮਝਣਾ ਹੈ ਉਪਦੇਸ਼ ਨੂੰ, ਵਿਚਾਰਨਾ ਹੈ, ਅਤੇ ਵਿਚਾਰ ਕੇ ਸਮਝ ਕੇ ਜਦੋਂ ਇਹ ਗੱਲ ਸਮਝ ਵਿੱਚ ਆ ਜਾਵੇ ਨਾ ਵੀ ਪਰਮਾਤਮਾ ਦੇ ਚਿੰਤਨ ਨਾਲ ਹੀ ਉਦਾਰ ਹੋਣਾ ਹੈ, ਪਰਮਾਤਮਾ ਦੀ ਯਾਦ ਨਾਲ ਹੀ ਉਦਾਰ ਹੋਣਾ ਹੈ, ਜਾਂ ਸੰਸਾਰ ਦੇ ਛੁਟਕਾਰੇ ਨਾਲ ਹੀ ਛੁਟਕਾਰਾ ਹੋਣਾ ਹੈ। ਸੰਸਾਰ ਤੋਂ ਮੁਕਤੀ ਹੋਣੀ ਹੈ, ਸੰਸਾਰ ਵਿੱਚੋਂ ਧਿਆਨ ਹਟਾਇਆ, ਮਨ ਨੂੰ ਮਾਰਿਆ ਹੀ ਮੁਕਤ ਹੋਣਾ ਹੈ।